ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੇਰੀ ਜਠਾਣੀ ਬੇਹੋਸ਼ ਹੋ ਗਈ। ਮੇਰਾ ਪਤੀ ਗੋਦ ਵਿੱਚ ਚੁੱਕ ਕੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਡਾਕਟਰ ਕੋਲ ਲੈ ਗਿਆ। ਸਦਮਾ ਹੀ ਕੁਝ ਅਜਿਹਾ ਸੀ। ਮੇਰੇ ਜੇਠ ਦਾ ਕੁਝ ਦਿਨ ਪਹਿਲਾਂ ਹੀ ਦੇਹਾਂਤ ਹੋ ਗਿਆ ਸੀ। ਮੇਰੀ ਜਠਾਣੀ ਨੂੰ ਵਾਰ-ਵਾਰ ਦੌਰੇ ਪੈਣ ਲੱਗੇ। ਉਸ ਨੂੰ ਇੰਨਾ ਝਟਕਾ ਲੱਗਾ ਕਿ ਉਹ ਬੈਠੇ-ਬੈਠੇ ਹੀ ਬੇਹੋਸ਼ ਹੋ ਜਾਂਦੀ। ਮੇਰਾ ਪਤੀ ਉਸ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਤਾਂ ਵਾਪਸ ਆਉਂਦੇ ਹੋਏ ਉਹ ਬੜੀ ਖੁਸ਼ ਹੁੰਦੀ। ਇੱਕ ਦਿਨ ਮੇਰੀ ਜਠਾਣੀ ਬੇਹੋਸ਼ ਹੋ ਗਈ ਤਾਂ ਮੈਂ ਪਤੀ ਨੂੰ ਕਿਹਾ ਕਿ ਅੱਜ ਮੈਂ ਵੀ ਉਸ ਨਾਲ ਜਾਵਾਂਗੀ। ਇਹ ਸੁਣ ਕੇ ਮੇਰੀ ਜਠਾਣੀ ਨੂੰ ਹੋਸ਼ ਆ ਗਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ। ਮੈਂ ਹੁਣ ਉਸ 'ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਹ ਮੇਰੇ ਪਤੀ ਨਾਲ, ਮੇਰੇ ਜੇਠ ਅਤੇ ਜਠਾਣੀ ਵਿੱਚ ਬਹੁਤ ਪਿਆਰ ਸੀ। ਮੈਂ ਉਹਨਾਂ ਨੂੰ ਅੱਜ ਤੱਕ ਕਦੇ ਲੜਦੇ ਨਹੀਂ ਦੇਖਿਆ ਸੀ। ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੇਰੇ ਜੇਠ ਦੀ ਮੌਤ ਹੋ ਗਈ। ਮੇਰੀ ਜਠਾਣੀ ਨੇ 4 ਦਿਨਾਂ ਤੋਂ ਰੋਟੀ ਤੱਕ ਵੀ ਨਹੀਂ ਖਾਧੀ ਸੀ। ਕਈ ਵਾਰ ਮੈਂ ਉਸ ਨੂੰ ਦੁੱਧ ਪੀਣ ਜਾਂ ਕੁਝ ਖਾਣ ਪੀਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ। ਇੱਕ ਅਜੀਬ ਗੱਲ ਇਹ ਸੀ ਕਿ ਉਹ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਂਦੀ ਸੀ, ਪਰ ਜਦੋਂ ਮੇਰੇ ਪਤੀ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੇ ਤਾਂ ਉਹ ਖਾਣਾ ਖਾ ਲੈਂਦੀ। ਮੈਂ ਅਤੇ ਮੇਰੇ ਪਤੀ ਨੇ ਮੇਰੀ ਜਠਾਣੀ ਦਾ ਬਹੁਤ ਧਿਆਨ ਰੱਖਿਆ। ਇੱਕ ਤਾਂ ਉਹ ਬੇਔਲਾਦ ਸੀ, ਹੁਣ ਉਸ ਨੂੰ ਪਤੀ ਦੀ ਮੌਤ ਦਾ ਦੁੱਖ ਸੀ। ਮੈਨੂੰ ਉਸ ਦੀ ਹਾਲਤ 'ਤੇ ਬੜਾ ਤਰਸ ਆਉਂਦਾ, ਪਰ ਪਤਾ ਨਹੀਂ ਕਿਉਂ ਜਦੋਂ ਤੋਂ ਮੇਰੇ ਜੇਠ ਦਾ ਦੇਹਾਂਤ ਹੋਇਆ ਸੀ ਉਹ ਹਰ ਰੋਜ਼ ਚੱਕਰ ਖਾ ਕੇ ਡਿੱਗ ਪੈਂਦੀ ਸੀ। ਮੇਰੇ ਪਤੀ ਉਸ ਨੂੰ ਡਾਕਟਰ ਕੋਲ ਲੈ ਜਾਂਦੇ। ਮੈਂ ਬਹੁਤ ਪਰੇਸ਼ਾਨ ਹੋ ਰਹੀ ਸੀ। ਪਹਿਲਾਂ ਤਾਂ ਮੇਰੀ ਜਠਾਣੀ ਨੇ ਕਿਸੇ ਕੰਮ ਨੂੰ ਵੀ ਹੱਥ ਨਹੀਂ ਸੀ ਲਾਇਆ। ਸਾਰੇ ਕੰਮ ਮੈਂ ਹੀ ਕਰਦੀ ਸੀ। ਮੇਰੇ 2 ਬੱਚੇ ਛੋਟੇ ਹੋਣ ਕਰਕੇ ਮੈਨੂੰ ਇਹਨਾਂ ਤੋਂ ਵਿਹਲ ਨਹੀਂ ਸੀ ਮਿਲਦੀ। ਹੁਣ ਇਸ ਮੁਸੀਬਤ ਨੇ ਮੈਨੂੰ ਮਾਰਿਆ ਸੀ ਕਿ ਮੇਰੀ ਜਠਾਣੀ ਹਰ ਰੋਜ਼ ਬੇਹੋਸ਼ ਹੋ ਜਾਂਦੀ ਸੀ। ਇੱਕ ਗੱਲ ਜੋ ਮੈਨੂੰ ਬਹੁਤ ਪਰੇਸ਼ਾਨ ਕਰਨ ਲੱਗੀ ਉਹ ਇਹ ਸੀ ਕਿ ਮੇਰੇ ਜੇਠ ਦੀ ਮੌਤ ਨੂੰ ਵੀ ਹੁਣ ਕਾਫੀ ਚਿਰ ਹੋ ਗਿਆ ਸੀ, ਪਰ ਮੇਰੀ ਜਠਾਣੀ ਦੀ ਉਹੀ ਹਾਲਤ ਸੀ। ਇਸ ਦਾ ਪੇਕਾ ਘਰ ਵੀ ਠੀਕ ਠਾਕ ਪੈਸੇ ਵਾਲਾ ਸੀ, ਪਰ ਉਹ ਆਪਣੇ ਪੇਕੇ ਘਰ ਨਹੀਂ ਜਾਂਦੀ ਸੀ। ਉਸਨੇ ਕਿਹਾ ਸੀ ਕਿ ਹੁਣ ਮੈਂ ਹਮੇਸ਼ਾ ਲਈ ਇਸ ਘਰ ਵਿੱਚ ਹੀ ਰਹਾਂਗੀ। ਉਹ ਹੁਣ ਵੀ ਜਵਾਨ ਸੀ। ਉਹ ਚਾਹੁੰਦੀ ਤਾਂ ਦੁਬਾਰਾ ਵਿਆਹ ਕਰਵਾ ਸਕਦੀ ਸੀ, ਪਰ ਉਸਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਮੇਰੇ ਜੇਠ ਦੇ ਨਾਲ ਹੀ ਬਤੀਤ ਕਰੇਗੀ। ਪਹਿਲੀ ਵਾਰ ਮੈਂ ਸੋਚਿਆ ਕਿ ਉਹ ਸਦਮੇ ਵਿੱਚ ਆ, ਸਮਾਂ ਬੀਤਣ ਨਾਲੋਂ ਠੀਕ ਹੋ ਜਾਵੇਗੀ, ਪਰ ਹੁਣ 1 ਮਹੀਨਾ ਲੰਘ ਚੁੱਕਾ ਸੀ। ਹੁਣ ਮੇਰੀ ਜਠਾਣੀ ਦੀਆਂ ਹਰਕਤਾਂ ਮੈਨੂੰ ਅਜੀਬ ਲੱਗਣ ਲੱਗੀਆਂ। ਉਹ ਸਾਰਾ ਦਿਨ ਕਮਰੇ 'ਚ ਬੰਦ ਰਹਿੰਦੀ ਅਤੇ ਮੈਂ ਉਸ ਨੂੰ ਖਾਣਾ ਵੀ ਕਮਰੇ 'ਚ ਹੀ ਦੇ ਕੇ ਆਉਂਦੀ। ਜੇਕਰ ਗੁਆਂਢ ਦੀ ਕੋਈ ਔਰਤ ਉਸ ਨੂੰ ਮਿਲਣ ਲਈ ਆਉਂਦੀ ਤਾਂ ਉਹ ਵੀ ਕਮਰੇ ਤੋਂ ਬਾਹਰ ਨਹੀਂ ਆਉਂਦੀ ਸੀ ਅਤੇ ਮਿਲਣ ਤੋਂ ਇਨਕਾਰ ਕਰ ਦਿੰਦੀ। ਜਦੋਂ ਉਹ ਜੇਠ ਬਾਰੇ ਗੱਲ ਕਰਦੀ ਤਾਂ ਮੈਨੂੰ ਦੁੱਖ ਹੁੰਦਾ। ਹੁਣ ਅਜਿਹਾ ਨਹੀਂ ਸੀ ਕਿ ਉਹ ਹਰ ਵੇਲੇ ਰੋਂਦੀ ਰਹਿੰਦੀ ਸੀ। ਉਹ ਸਾਰਾ ਦਿਨ ਆਮ ਵਾਂਗ ਹੀ ਰਹਿੰਦੀ, ਪਰ ਜਿਵੇਂ ਹੀ ਮੇਰੇ ਪਤੀ ਘਰ ਵਿੱਚ ਦਾਖਲ ਹੋਏ ਹੁੰਦੇ ਤਾਂ ਉਹ ਕਮਰੇ ਵਿੱਚੋਂ ਬਾਹਰ ਆ ਜਾਂਦੀ ਤੇ ਉਹ ਮੇਰੇ ਪਤੀ ਨੂੰ ਲਿਪਟ ਕੇ ਰੋਣ ਲੱਗ ਜਾਂਦੀ। ਉਹ ਕਹਿਣ ਲੱਗਦੀ, ਤੇਰਾ ਭਰਾ ਮੈਨੂੰ ਇਕੱਲਾ ਕਿਉਂ ਛੱਡ ਗਿਆ? ਹੁਣ ਮੈਂ ਕਿਸ ਸਹਾਰੇ ਜੀਵਾਂਗੀ? ਪਤਾ ਨਹੀਂ ਕਿਉਂ ਹੁਣ ਮੈਨੂੰ ਮੇਰੀ ਜਠਾਣੀ ਦੀ ਇਹ ਗੱਲ ਬੁਰੀ ਲੱਗੀ। ਜੇ ਉਸ ਨੂੰ ਇੰਨਾ ਦੁੱਖ ਹੁੰਦਾ ਤਾਂ ਉਹ ਮੈਨੂੰ ਜੱਫੀ ਪਾ ਕੇ ਵੀ ਰੋਂਦੀ ਅਤੇ ਆਪਣਾ ਦਿਲ ਹਲਕਾ ਕਰ ਸਕਦੀ ਸੀ। ਇਹ ਕਿਹੜਾ ਦੁੱਖ ਸੀ ਜਿਹੜਾ ਮੇਰੇ ਪਤੀ ਦੇ ਗਲ ਲੱਗ ਕੇ ਹੀ ਠੀਕ ਹੁੰਦਾ ਸੀ? ਸਾਰਾ ਦਿਨ ਠੀਕ ਰਹਿੰਦੀ ਸੀ। ਜਦੋਂ ਮੇਰਾ ਪਤੀ ਸਾਰਾ ਦਿਨ ਬਾਹਰ ਬਿਤਾਉਣ ਤੋਂ ਬਾਅਦ ਥੱਕਿਆ ਅਤੇ ਭੁੱਖਾ ਘਰ ਵਾਪਸ ਆਉਂਦਾ ਤਾਂ ਉਹ ਕਮਰੇ ਤੋਂ ਬਾਹਰ ਆ ਜਾਂਦੀ ਤੇ ਉਸ ਦੇ ਗਲ ਲੱਗ ਕੇ ਰੋਣ ਲੱਗ ਜਾਂਦੀ। ਉਸ ਨੂੰ ਚੱਕਰ ਆ ਜਾਂਦਾ ਤੇ ਬੇਹੋਸ਼ ਹੋ ਜਾਂਦੀ। ਮੇਰਾ ਪਤੀ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਕੇ ਡਾਕਟਰ ਕੋਲ ਲੈ ਜਾਂਦਾ। ਜਦੋਂ ਉਹ ਘਰ ਵਾਪਸ ਆਉਂਦੀ ਤਾਂ ਉਹ ਬਿਲਕੁਲ ਠੀਕ ਠਾਕ ਆਪਣੇ ਕਮਰੇ ਵਿੱਚ ਜਾਂਦੀ। ਅਜਿਹੀ ਕਿਹੜੀ ਬਿਮਾਰੀ ਸੀ ਜੋ ਮੇਰੇ ਪਤੀ ਦੇ ਆਉਂਦੇ ਹੀ ਠੀਕ ਹੋ ਜਾਂਦੀ ਸੀ? ਮੇਰਾ ਪਤੀ ਵੀ ਬਿਨਾਂ ਮੂੰਹ ਬਣਾਏ ਆਪਣੀ ਭਰਜਾਈ ਦੇ ਕੰਮ ਲਈ ਤਿਆਰ ਰਹਿੰਦਾ ਸੀ ਅਤੇ ਜੇ ਮੈਂ ਕੰਮ ਨੂੰ ਕਹਿੰਦੀ ਤਾਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦੇ ਕਿ ਮੈਂ ਇਸ ਸਮੇਂ ਬਹੁਤ ਥੱਕ ਗਿਆ ਹਾਂ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਆ ਗਈਆਂ। ਮੈਂ ਚੁੱਪ ਕਰ ਜਾਂਦੀ ਕਿਉਂਕਿ ਉਹ ਮੈਨੂੰ ਸਾਫ਼-ਸਾਫ਼ ਜਵਾਬ ਦੇ ਦਿੰਦੇ ਸੀ ਤੇ ਆਪਣੀ ਭਰਜਾਈ ਨੂੰ ਕੁਝ ਨਹੀਂ ਕਹਿੰਦੇ ਸੀ। ਮੇਰੀ ਜਠਾਣੀ ਜਵਾਨ ਸੀ। ਮੇਰੇ ਪਤੀ ਦੀ ਉਮਰ ਵੀ ਮੇਰੇ ਜੇਠ ਮੇਰੇ ਪਤੀ ਨਾਲੋਂ 10 ਸਾਲ ਵੱਡਾ ਸੀ। ਉਹਨਾਂ ਦੇ ਵਿਆਹ ਤੋਂ ਬਾਅਦ ਮੇਰੀ ਸੱਸ ਅਤੇ ਮੇਰਾ ਸਹੁਰਾ ਵੀ ਇਸ ਦੁਨੀਆ ਤੋਂ ਚਲੇ ਗਏ। ਘਰ ਵਿੱਚ ਸਿਰਫ ਇਹ 2 ਭਰਾ ਹੀ ਰਹਿੰਦੇ ਸੀ। ਮੇਰੀ ਜਠਾਣੀ ਹੀ ਮੈਨੂੰ ਪਸੰਦ ਕਰਨ ਆਈ ਸੀ। ਮੇਰੀ ਜਠਾਣੀ ਦੇਖਣ ਵਿੱਚ ਬਹੁਤ ਸੋਹਣੀ ਸੀ। ਮੇਰੇ ਪਤੀ ਵੀ ਬਹੁਤ ਸੋਹਣੇ ਸੀ। ਮੇਰੇ ਜੇਠ ਦੀ ਸ਼ਕਲ ਠੀਕ ਠਾਕ ਸੀ, ਪਰ ਸੁਭਾਅ ਵਿੱਚ ਉਹ ਬਹੁਤ ਵਧੀਆ ਇਨਸਾਨ ਸੀ। ਮੇਰੇ ਸਹੁਰੇ ਘਰ ਵਿੱਚ ਮੈਂ 4 ਸਾਲ ਬਹੁਤ ਵਧੀਆ ਰਹੀ। ਮੇਰਾ ਜੇਠ ਮੇਰੇ ਨਾਲ ਬਿਲਕੁਲ ਛੋਟੀਆਂ ਭੈਣਾਂ ਵਾਂਗ ਪੇਸ਼ ਆਉਂਦਾ ਸੀ। ਮੇਰੀ ਜਠਾਣੀ ਨਾਲ ਵੀ ਜਨਾਬ ਕਹਿ ਕੇ ਗੱਲ ਕਰਦਾ। ਅਜਿਹਾ ਕਦੇ ਨਹੀਂ ਹੋਇਆ ਸੀ ਕਿ ਮੇਰੀ ਜਠਾਣੀ ਨੇ ਮੇਰੇ ਜੇਠ ਨੂੰ ਗੱਲ ਕਹੀ ਹੋਵੇ ਤੇ ਉਹ ਪੂਰੀ ਨਾ ਹੋਈ ਹੋਵੇ।
ਮੇਰੇ ਪਤੀ ਸ਼ੁਰੂ ਤੋਂ ਹੀ ਮੇਰੇ ਨਾਲ ਅਜੀਬ ਵਿਵਹਾਰ ਕਰਦੇ ਸੀ। ਪਤਾ ਨਹੀਂ ਕਿਉਂ ਵਿਆਹ ਵਾਲੀ ਰਾਤ ਮੈਨੂੰ ਦੇਖ ਕੇ ਮੇਰੇ ਪਤੀ ਦਾ ਮੂਡ ਖਰਾਬ ਹੋ ਗਿਆ। ਮੇਰੇ ਨਾਲ ਸਿੱਧੀ ਤਰ੍ਹਾਂ ਗੱਲ ਵੀ ਨਹੀਂ ਕਰਦੇ ਸੀ। ਉਹ ਹਮੇਸ਼ਾ ਮੇਰੇ ਤੇ ਗੁੱਸਾ ਕਰਦੇ ਰਹਿੰਦੇ। 2 ਸਾਲ ਬਾਅਦ ਮੇਰੇ 2 ਬੱਚੇ ਹੋਏ। ਮੇਰੀ ਜਠਾਣੀ ਬੇਔਲਾਦ ਸੀ, ਪਰ ਅਜੀਬ ਗੱਲ ਇਹ ਸੀ ਕਿ ਉਸਨੇ ਮੇਰੇ ਬੱਚਿਆਂ ਨੂੰ ਫੜ ਕੇ ਕਦੇ ਪਿਆਰ ਨਹੀਂ ਕੀਤਾ ਸੀ। ਨਹੀਂ ਤਾਂ ਇੱਕ ਘਰ ਵਿੱਚ ਰਹਿੰਦਿਆਂ ਉਹ ਮੇਰੇ ਬੱਚਿਆਂ ਨੂੰ ਪਿਆਰ ਕਰਕੇ ਔਲਾਦ ਦੀ ਘਾਟ ਪੂਰੀ ਕਰ ਸਕਦੀ ਸੀ, ਪਰ ਉਸਨੇ ਹਮੇਸ਼ਾ ਆਪਣੇ ਆਪ 'ਤੇ ਧਿਆਨ ਦਿੱਤਾ। ਉਹ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਤੇ ਉਸਨੇ ਘਰ ਦੇ ਕੰਮਾਂ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਪਾ ਦਿੱਤੀ ਸੀ। ਤੇ ਕਦੇ ਉਹ ਆਪ ਜਿਮ 'ਤੇ ਜਾਂਦੀ, ਆਪਣੀ ਫਿਟਨੈਸ ਦਾ ਖਿਆਲ ਰੱਖਦੀ, ਤੇ ਕਦੇ ਆਪਣੀ ਖੂਬਸੂਰਤੀ ਨੂੰ ਨਿਖਾਰਨ ਲਈ ਪਾਰਲਰ ਚਲੀ ਜਾਂਦੀ। ਮੇਰਾ ਪਤੀ ਮੇਰੇ ਤੋਂ ਨਾਰਾਜ਼ ਰਹਿੰਦਾ ਤੇ ਮੇਰੇ ਕੋਲ ਰਾਤ ਨੂੰ ਹੀ ਤਿਆਰ ਹੋਣ ਦਾ ਸਮਾਂ ਹੁੰਦਾ ਸੀ। ਮੇਰੀ ਜਠਾਣੀ ਮੈਨੂੰ ਸਾਰਾ ਦਿਨ ਰਸੋਈ ਦੇ ਕੰਮਾਂ ਵਿੱਚ ਰੁਝਾਈ ਰੱਖਦੀ। ਜਦੋਂ ਮੈਂ ਰਾਤ ਨੂੰ ਤਿਆਰ ਹੋ ਕੇ ਜਾਂਦੀ ਤਾਂ ਮੇਰੇ ਪਤੀ ਕਹਿੰਦਾ, ਜੇ ਤੂੰ ਸਾਰਾ ਦਿਨ ਇਸ ਤਰ੍ਹਾਂ ਤਿਆਰ ਹੋ ਕੇ ਰਵੇਂ ਤਾਂ ਕਿੰਨੀ ਚੰਗੀ ਲੱਗੇ। ਭਾਬੀ ਨੂੰ ਦੇਖ, ਉਹ ਸਾਰਾ ਦਿਨ ਕਿਵੇਂ ਬਣ ਠਣ ਕੇ ਰਹਿੰਦੀ ਆ। ਉਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ। ਮੈਨੂੰ ਮੇਰੇ ਪਤੀ ਦੀ ਇਹ ਗੱਲ 'ਤੇ ਬੜੀ ਖਿਝ ਆਉਂਦੀ। ਇਹਨਾਂ ਗੱਲਾਂ ਕਰਕੇ ਮੈਨੂੰ ਬੜੀ ਤਕਲੀਫ ਹੁੰਦੀ ਸੀ, ਪਰ ਮੇਰੀ ਸਮੱਸਿਆ ਇਹ ਸੀ ਕਿ ਮੈਂ ਸ਼ਾਂਤ ਸੁਭਾਅ ਦੀ ਕੁੜੀ ਸੀ। ਮੈਨੂੰ ਚਲਾਕੀਆਂ ਨਹੀਂ ਆਉਂਦੀਆਂ ਸੀ। ਮੈਨੂੰ ਮੇਰੇ ਪਤੀ ਨੇ ਵਿਆਹ ਦੀ ਪਹਿਲੀ ਰਾਤ ਹੀ ਕਹਿ ਦਿੱਤਾ ਸੀ ਕਿ ਮੈਂ ਉਸ ਦੀ ਭਰਜਾਈ ਦੀ ਕੋਈ ਗੱਲ ਨਹੀਂ ਟਾਲਣੀ, ਉਹਨਾਂ ਨਾਲ ਕਦੇ ਵੀ ਬਹਿਸ ਨਹੀਂ ਕਰਨੀ। ਮੈਂ ਕਦੇ ਵੀ ਆਪਣੀ ਜਠਾਣੀ ਨਾਲ ਕਿਸੇ ਗੱਲ 'ਤੇ ਬਹਿਸ ਨਹੀਂ ਕੀਤੀ ਸੀ। ਮੇਰਾ ਰੰਗ ਗੋਰਾ ਸੀ, ਪਰ ਘਰ ਦੀਆਂ ਜ਼ਿੰਮੇਵਾਰੀਆਂ ਤੇ ਬੱਚਿਆਂ ਦੇ ਕੰਮ ਧੰਦਿਆਂ ਕਾਰਨ ਮੈਨੂੰ ਤਿਆਰ ਹੋਣ ਦਾ ਸਮਾਂ ਨਹੀਂ ਮਿਲਦਾ ਸੀ। ਅਕਸਰ ਅਜਿਹਾ ਹੁੰਦਾ ਸੀ, ਜਦੋਂ ਵੀ ਮੇਰੇ ਪਤੀ ਦੇ ਘਰ ਆਉਣ ਦਾ ਸਮਾਂ ਹੁੰਦਾ ਤਾਂ ਮੈਂ ਰਸੋਈ ਦਾ ਕੰਮ ਖਤਮ ਕਰਕੇ ਕਮਰੇ ਵਿੱਚ ਜਾਂਦੀ ਤਾਂ ਮੇਰੀ ਜਠਾਣੀ ਤਿਆਰ ਹੋ ਕੇ ਆਪਣੇ ਕਮਰੇ ਵਿੱਚੋਂ ਬਾਹਰ ਆ ਜਾਂਦੀ ਤੇ ਮੈਨੂੰ ਕਹਿੰਦੀ, ਨੇਹਾ ਤੂੰ ਸਲਾਦ ਤਿਆਰ ਨਹੀਂ ਕੀਤਾ? ਤੈਨੂੰ ਪਤਾ ਨਹੀਂ ਤੇਰੇ ਪਤੀ ਨੂੰ ਸਲਾਦ ਕਿੰਨਾ ਪਸੰਦ ਆ? ਚੱਲ ਪਹਿਲਾਂ ਸਲਾਦ ਤਿਆਰ ਕਰ ਦੇ। ਤੂੰ ਕਿਸ ਤਰ੍ਹਾਂ ਦੀ ਪਤਨੀ ਆ? ਤੈਨੂੰ ਆਪਣੇ ਪਤੀ ਦੀ ਪਸੰਦ ਨਾ ਪਸੰਦ ਵੀ ਨਹੀਂ ਪਤਾ। ਮੈਨੂੰ ਵੇਖ, ਮੇਰੇ ਪਤੀ ਦੇ ਨਾਲ ਨਾਲ ਮੈਨੂੰ ਤੇਰੇ ਪਤੀ ਦੀ ਵੀ ਪਸੰਦ ਨਾ ਪਸੰਦ ਚੰਗੀ ਤਰ੍ਹਾਂ ਪਤਾ। ਮੈਂ ਸਲਾਦ ਤਿਆਰ ਕਰ ਦਿੱਤਾ। ਮੇਰੇ ਪਤੀ ਦੇ ਘਰ ਪਰਤਦਿਆਂ ਹੀ ਮੇਰੀ ਜਠਾਣੀ ਝੱਟ ਦਰਵਾਜ਼ਾ ਖੋਲ੍ਹ ਕੇ ਮੁਸਕਰਾ ਕੇ ਮੇਰੇ ਪਤੀ ਦਾ ਸਵਾਗਤ ਕਰਦੀ ਤੇ ਮੇਰੇ ਪਤੀ ਵੀ ਮੁਸਕਰਾ ਕੇ ਜਵਾਬ ਦਿੰਦੇ। ਉਹ ਇਹ ਵੀ ਕਹਿੰਦੇ ਕਿ ਭਾਬੀ ਅੱਜ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ। ਨੇਹਾ ਨੂੰ ਵੀ ਥੋੜਾ ਮੇਕਅਪ ਕਰਨਾ ਸਿਖਾਓ। ਜਦੋਂ ਵੀ ਮੈਂ ਘਰ ਆਉਂਦਾ ਤਾਂ ਉਹ ਰਸੋਈ ਵਿੱਚ ਹੀ ਦਿਖਾਈ ਦਿੰਦੀ ਆ। ਥੋੜਾ ਜਿਹਾ ਵੀ ਉਸਦੇ ਨੇੜੇ ਬੈਠ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਦਰਕ ਲਸਣ ਤੇ ਪਸੀਨੇ ਦੀ ਬਦਬੂ ਆਉਂਦੀ ਆ। ਮੇਰੀ ਜਠਾਣੀ ਇਹ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗੀ। ਉਹ ਕਹਿੰਦੀ, ਭਾਈ ਤੇਰੀ ਪਤਨੀ ਬੜੀ ਆਲਸੀ ਆ, ਸਾਰਾ ਦਿਨ ਘਰ ਦਾ ਕੰਮ ਵੀ ਨਹੀਂ ਮੁਕਾ ਸਕਦੀ। ਦੇਖ, ਮੈਂ ਤੇਰੇ ਭਰਾ ਦੇ ਆਉਣ ਤੋਂ ਪਹਿਲਾਂ ਤਰੋ ਤਾਜ਼ਾ ਹੋ ਜਾਂਦੀ ਆ। ਪਰ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਸੁੰਦਰਤਾ ਸਿਰਫ ਮੇਰੇ ਪਤੀ ਨੂੰ ਹੀ ਕਿਉਂ ਦਿਖਾਉਂਦੀ ਸੀ। ਜਦੋਂ ਮੇਰੇ ਜੇਠ ਕੰਮ ਤੋਂ ਥੱਕੇ ਹਾਰੇ ਘਰ ਆਉਂਦੇ ਤਾਂ ਉਹ ਵਿਹੜੇ ਵਿੱਚ ਬੈਠ ਕੇ ਮੇਰੇ ਪਤੀ ਨਾਲ ਗੱਲਾਂ ਕਰਨ ਵਿੱਚ ਰੁੱਝੀ ਰਹਿੰਦੀ। ਜੇ ਬਾਹਰ ਦਰਵਾਜ਼ੇ ਦੀ ਘੰਟੀ ਵੱਜਦੀ ਤਾਂ ਮੈਨੂੰ ਕਹਿੰਦੀ, ਨੇਹਾ ਦਰਵਾਜ਼ਾ ਖੋਲ੍ਹ, ਤੇਰੇ ਜੇਠ ਜੀ ਆਏ ਹੋਣਗੇ। ਮੈਂ ਸਾਰਾ ਰਸੋਈ ਦਾ ਕੰਮ ਕਰਕੇ ਦਰਵਾਜ਼ਾ ਖੋਲ੍ਹਦੀ ਤੇ ਜੇਠ ਜੀ ਨੂੰ ਨਮਸਤੇ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ। ਮੈਂ ਜਦੋਂ ਨਹਾ ਕੇ ਜਲਦੀ ਨਾਲ ਵਾਪਸ ਆਉਂਦੀ ਤਾਂ ਮੇਰੀ ਜਠਾਣੀ ਨੇ ਪਹਿਲਾਂ ਹੀ ਮੇਜ਼ 'ਤੇ ਖਾਣਾ ਪਰੋਸਿਆ ਹੁੰਦਾ। ਅਸਲ ਵਿੱਚ ਕਈ ਵਾਰ ਤਾਂ ਅਜਿਹਾ ਹੁੰਦਾ ਕਿ ਮੇਰੀ ਜਠਾਣੀ ਤੇ ਮੇਰੇ ਪਤੀ ਨੇ ਪਹਿਲਾਂ ਹੀ ਖਾਣਾ ਖਾ ਲਿਆ ਹੁੰਦਾ। ਮੇਰੇ ਜੇਠ ਜੀ ਵੀ ਥੱਕੇ ਹੋਏ ਹੁੰਦੇ ਸੀ। ਜਦੋਂ ਉਹ ਨਹਾ ਕੇ ਆਉਂਦੇ ਤਾਂ ਉਹਨਾਂ ਦਾ ਖਾਣਾ ਵੀ ਢੱਕ ਕੇ ਰੱਖਿਆ ਹੋਇਆ ਹੁੰਦਾ ਸੀ। ਮੇਰੇ ਜੇਠ ਇਹਨਾਂ ਗੱਲਾਂ ਨੂੰ ਮਹਿਸੂਸ ਨਹੀਂ ਕਰਦੇ ਸਨ, ਬਸ ਚੁੱਪਚਾਪ ਖਾਣਾ ਖਾ ਲੈਂਦੇ ਸੀ। ਜਦੋਂ ਮੈਂ ਰੋਟੀ ਖਾ ਕੇ ਵਿਹਲੀ ਹੁੰਦੀ ਤਾਂ ਮੈਨੂੰ ਜਠਾਣੀ ਕਹਿੰਦੀ ਕਿ ਹੁਣ ਤੂੰ ਰਸੋਈ ਦਾ ਧਿਆਨ ਰੱਖ, ਮੈਂ ਬਹੁਤ ਥੱਕ ਗਈ ਹਾਂ। ਮੈਂ ਮੇਜ਼ ਤੋਂ ਭਾਂਡੇ ਚੁੱਕਣ ਲੱਗਦੀ ਤਾਂ ਇਹ ਸੋਚਦੀ ਕਿ ਇਹ ਪਹਿਲਾਂ ਰਸੋਈ ਵਿੱਚ ਕਦੋਂ ਆਈ ਸੀ। ਸਾਰਾ ਕੰਮ ਤਾਂ ਮੈਂ ਕੀਤਾ, ਫਿਰ ਇਹ ਕਿਵੇਂ ਥੱਕ ਗਈ। ਉਹ ਸਾਰਾ ਦਿਨ ਆਪਣੀ ਸੁੰਦਰਤਾ ਨੂੰ ਚਮਕਾਉਂਦੀ ਰਹਿੰਦੀ ਸੀ। ਵਿਆਹ ਦੇ ਕੁਝ ਮਹੀਨਿਆਂ ਵਿੱਚ ਹੀ ਮੈਂ ਗਰਭਵਤੀ ਹੋ ਗਈ ਤੇ ਮੇਰੇ ਪਤੀ ਦਾ ਰਵੱਈਆ ਵੀ ਪਹਿਲਾਂ ਨਾਲੋਂ ਚੰਗਾ ਹੋ ਗਿਆ। ਜਦੋਂ ਮੇਰਾ ਪਹਿਲਾ ਬੇਟਾ ਹੋਇਆ ਤਾਂ ਮੇਰੇ ਪਤੀ ਦੇ ਨਾਲ ਨਾਲ ਮੇਰੇ ਜੇਠ ਵੀ ਬਹੁਤ ਖੁਸ਼ ਸੀ। ਉਸ ਨੂੰ ਬੱਚੇ ਦੀ ਬਹੁਤ ਇੱਛਾ ਸੀ। ਜਦੋਂ ਵੀ ਉਹ ਘਰ ਪਰਤਦੇ ਤਾਂ ਮੇਰੇ ਪੁੱਤਰ ਨੂੰ ਫੜ ਲੈਂਦੇ ਤੇ ਉਸ ਨੂੰ ਪਿਆਰ ਕਰਨ ਲੱਗ ਜਾਂਦੇ। ਮੇਰੀ ਜਠਾਣੀ ਨੇ ਮੇਰੇ ਪੁੱਤਰ ਨੂੰ ਕਦੇ ਨਹੀਂ ਫੜਿਆ। ਉਹ ਆਪਣੀ ਜ਼ੁਬਾਨ ਤੋਂ ਕਹਿ ਦਿੰਦੀ ਕਿ ਉਸ ਨੂੰ ਬੱਚਾ ਪੈਦਾ ਕਰਨ ਦੀ ਬਹੁਤ ਇੱਛਾ ਸੀ, ਪਰ ਮੈਂ ਉਸ ਦੀਆਂ ਅੱਖਾਂ ਵਿੱਚ ਕਦੇ ਬੱਚੇ ਪ੍ਰਤੀ ਲਾਲਸਾ ਨਹੀਂ ਦੇਖੀ ਸੀ। ਮੇਰਾ ਵੱਡਾ ਪੁੱਤਰ ਅਜੇ ਕੁਝ ਮਹੀਨਿਆਂ ਦਾ ਹੀ ਸੀ ਕਿ ਮੈਂ ਦੁਬਾਰਾ ਗਰਭਵਤੀ ਹੋ ਗਈ। ਮੈਂ ਸੋਚਿਆ ਕਿ ਮੇਰੀ ਖਰਾਬ ਸਿਹਤ ਦੇਖ ਕੇ ਮੇਰੀ ਜਠਾਣੀ ਮੈਨੂੰ ਸਮਝ ਲਵੇਗੀ, ਪਰ ਜ਼ਿੰਮੇਵਾਰੀ ਇੰਨੀ ਹੀ ਰਹਿ ਗਈ ਸੀ ਕਿ ਇੱਕ ਛੋਟੇ ਬੱਚੇ ਨਾਲ ਖਰਾਬ ਹਾਲਤ ਵਿੱਚ ਵੀ ਮੈਂ ਰਸੋਈ ਦਾ ਸਾਰਾ ਕੰਮ ਸੰਭਾਲਦੀ ਤੇ ਕਦੇ ਅੱਕ ਕੇ
ਮੈਂ ਆਪਣੇ ਪਤੀ ਨੂੰ ਸ਼ਿਕਾਇਤ ਕਰ ਵੀ ਦਿੰਦੀ ਕਿ ਤੇਰੀ ਭਰਜਾਈ ਨੇ ਮੇਰੀ ਬਿਲਕੁਲ ਮਦਦ ਨਹੀਂ ਕੀਤੀ, ਤਾਂ ਉਹ ਮੇਰੇ ਤੇ ਹੀ ਭੜਕ ਉੱਠਦੇ ਤੇ ਕਹਿੰਦੇ ਕਿ ਹੁਣ ਤੂੰ ਅਨਪੜ੍ਹ ਔਰਤਾਂ ਵਾਂਗੂ ਲੜਾਈ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਘਰ ਵਿੱਚ ਬੈਰ ਪੈ ਜਾਵੇ, ਇੱਕ ਭਾਬੀ ਵੀ ਆ, ਉਹ ਕਦੇ ਤੇਰੇ ਬਾਰੇ ਮਾੜਾ ਨਹੀਂ ਬੋਲਿਆ, ਕਿਉਂਕਿ ਉਹ ਘਰ ਬਣਾਉਣਾ ਜਾਣਦੀ ਆ, ਰਿਸ਼ਤੇ ਨਿਭਾਉਣਾ ਜਾਣਦੀ ਆ। ਉਹ ਤੇਰੇ ਵਰਗੀ ਨਹੀਂ। ਖਬਰਦਾਰ ਮੇਰੀ ਭਰਜਾਈ ਦੇ ਖਿਲਾਫ ਕੁਝ ਕਿਹਾ ਤਾਂ ਹੁਣ ਥੋੜਾ ਜਿਹਾ ਕੰਮ ਕੀ ਵੱਧ ਗਿਆ, ਤੂੰ ਮੇਰੇ ਸਿਰ ਤੇ ਚੜ ਗਈ। ਮੇਰੇ ਪਤੀ ਨੇ ਮੇਰੀ ਬਿਲਕੁਲ ਨਾ ਸੁਣੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੇਰੀ ਜਠਾਣੀ ਸਾਰਾ ਦਿਨ ਕਰਦੀ ਕੀ ਸੀ। ਰਸੋਈ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਾ ਰੱਖੀ ਸੀ, ਫਿਰ ਵੀ ਮੇਰਾ ਪਤੀ ਮੈਨੂੰ ਹੀ ਬੋਲਦਾ। ਮੈਂ ਇਹ ਸੋਚ ਚੁੱਪ ਕਰ ਜਾਂਦੀ ਕਿ ਲੋਕ ਕੀ ਕਹਿਣਗੇ ਕਿ ਛੋਟੀ ਆਈ ਸੀ ਤੇ ਇਹਨਾਂ ਦੇ ਘਰ ਲੜਾਈ ਰਹਿਣ ਲੱਗ ਗਈ। ਮੇਰੇ ਦੂਜੇ ਬੇਟੇ ਦੇ ਜਨਮ ਤੋਂ ਬਾਅਦ ਮੈਂ ਪੂਰਾ ਘਣ ਚੱਕਰ ਬਣ ਕੇ ਰਹਿ ਗਈ ਸੀ। ਅਸਲ ਵਿੱਚ ਅਜਿਹਾ ਸੀ ਕਿ ਮੈਂ ਬੱਚਿਆਂ ਤੇ ਘਰ ਦੀਆਂ ਜ਼ਿੰਮੇਵਾਰੀਆਂ ਨਾਲ ਆਪਣੇ ਪਤੀ ਨੂੰ ਬਿਲਕੁਲ ਸਮਾਂ ਨਹੀਂ ਦੇ ਪਾਉਂਦੀ ਸੀ। ਮੈਨੂੰ ਤਾਂ ਆਪਣੇ ਆਪ ਵੱਲ ਵੀ ਧਿਆਨ ਨਹੀਂ ਸੀ, ਕਿਉਂਕਿ ਸਮਾਂ ਹੀ ਨਹੀਂ ਮਿਲਦਾ ਸੀ। ਹੁਣ ਅਜੀਬ ਗੱਲ ਇਹ ਸੀ ਕਿ ਮੇਰੇ ਪਤੀ ਨੇ ਵੀ ਮੈਨੂੰ ਸ਼ਿਕਾਇਤ ਕਰਨੀ ਬੰਦ ਕਰ ਦਿੱਤੀ ਸੀ ਕਿ ਤੂੰ ਇਹ ਸੱਜ ਧੱਜ ਕੇ ਨਹੀਂ ਰਹਿੰਦੀ। ਫਿਰ ਮੈਂ ਸੋਚਿਆ ਕਿ ਮੇਰਾ ਪਤੀ ਮੇਰੀ ਬੇਵਸੀ ਨੂੰ ਸਮਝ ਰਿਹਾ, ਪਰ ਅਸਲੀਅਤ ਕੁਝ ਹੋਰ ਹੀ ਸੀ। ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਆ। ਮੇਰੇ ਜੇਠ ਜੀ ਬਹੁਤ ਚੁੱਪਚਾਪ ਰਹਿਣ ਲੱਗ ਪਏ ਤੇ ਉਹ ਬਹੁਤ ਸਾਰੀਆਂ ਸਿਗਰਟਾਂ ਪੀਣ ਲੱਗ ਗਏ। ਸਿਗਰਟਾਂ ਉਹ ਪਹਿਲਾਂ ਵੀ ਪੀਂਦੇ ਸੀ, ਪਰ ਕਦੇ ਕਦਾਈ, ਪਰ ਹੁਣ ਤਾਂ ਉਹ ਹਰ ਵੇਲੇ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਸਿਗਰਟਾਂ ਪੀਂਦੇ। ਮੇਰੀ ਜਠਾਣੀ ਦਾ ਇਹੀ ਰੁਟੀਨ ਸੀ, ਆਪਣੀ ਫਿਟਨੈਸ, ਹਾਰ ਸਿੰਗਾਰ ਦਾ ਖਿਆਲ ਰੱਖਣਾ। ਉਹ ਲਾਪਰਵਾਹ ਕਿਸਮ ਦੀ ਔਰਤ ਸੀ, ਜਾਂ ਸ਼ਾਇਦ ਉਸ ਨੂੰ ਇਸ ਤਰ੍ਹਾਂ ਤਿਆਰ ਹੋ ਕੇ ਰਹਿਣਾ ਜ਼ਿਆਦਾ ਪਸੰਦ ਸੀ। ਉਹ ਮੇਰੇ ਜੇਠ ਦੀ ਵੀ ਜ਼ਿਆਦਾ ਪਰਵਾਹ ਨਹੀਂ ਕਰਦੀ ਸੀ। ਮੇਰੇ ਬੱਚਿਆਂ ਦੀ ਵੀ ਹਾਲਤ ਜੁੜਵਾ ਬੱਚਿਆਂ ਵਰਗੀ ਸੀ। ਜੇ ਇੱਕ ਠੀਕ ਹੋ ਜਾਂਦਾ ਤਾਂ ਦੂਜਾ ਬਿਮਾਰ ਹੋ ਜਾਂਦਾ, ਇੱਕ ਨੂੰ ਭੁੱਖ ਲੱਗਦੀ ਤਾਂ ਦੂਜਾ ਨੂੰ ਭੁੱਖ ਲੱਗ ਜਾਂਦੀ। ਮੈਨੂੰ ਖਾਣਾ ਬਣਾਉਣ ਦੇ ਲਈ ਰਾਤ ਨੂੰ ਉੱਠ ਕੇ ਕਿਚਨ 'ਚ ਜਾਣਾ ਪੈਂਦਾ ਸੀ। ਮੈਂ ਜਦੋਂ ਕਮਰੇ ਤੋਂ ਬਾਹਰ ਨਿਕਲ ਕੇ ਆਉਂਦੀ ਤਾਂ ਮੇਰੇ ਜੇਠ ਆਪਣੇ ਕਮਰੇ ਦੀ ਬਜਾਏ ਵਿਹੜੇ 'ਚ ਬੈਠੇ ਸਿਗਰਟ ਪੀ ਰਹੇ ਹੁੰਦੇ। ਉਹ ਗਹਿਰੀ ਸੋਚ ਵਿੱਚ ਡੁੱਬੇ ਹੁੰਦੇ। ਨਾ ਉਹਨਾਂ ਨੂੰ ਮੇਰੇ ਕਿਚਨ ਵਿੱਚ ਜਾਣ ਦਾ ਪਤਾ ਲੱਗਦਾ ਤੇ ਨਾ ਵਾਪਸ ਆਪਣੇ ਕਮਰੇ ਵਿੱਚ ਜਾਣ ਦਾ ਪਤਾ ਹੁੰਦਾ। ਉਹ ਆਪਣੀਆਂ ਹੀ ਸੋਚਾਂ 'ਚ ਮਗਨ ਰਹਿੰਦੇ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਦੋਵੇਂ ਬੱਚੇ ਰੋ ਰਹੇ ਸੀ। ਦੀਪਕ ਉਹਨਾਂ ਦੀ ਆਵਾਜ਼ ਨਾਲ ਉੱਠ ਕੇ ਗੁੱਸੇ ਵਿੱਚ ਬਾਹਰ ਆ ਰਹੇ ਸੀ। ਮੈਂ ਦੋਨਾਂ ਬੱਚਿਆਂ ਨੂੰ ਖਾਣਾ ਖਵਾਇਆ ਤਾਂ ਉਹ ਦੋਨੋਂ ਸੌਂ ਗਏ। ਮੈਂ ਦੀਪਕ ਨੂੰ ਕਿਹਾ ਕਿ ਮੁਕੇਸ਼ ਭਰਾ ਅੱਜ ਕੱਲ੍ਹ ਚੁੱਪ ਰਹਿੰਦੇ ਆ, ਸਿਗਰਟ ਵੀ ਜ਼ਿਆਦਾ ਪੀਂਦੇ ਆ, ਕੀ ਵਜ੍ਹਾ? ਦੀਪਕ ਸ਼ਾਇਦ ਨੀਂਦ ਵਿੱਚ ਸੀ। ਕਹਿਣ ਲੱਗੇ ਆਫਿਸ ਦੀ ਟੈਨਸ਼ਨ ਹੋਵੇਗੀ, ਠੀਕ ਹੋ ਜਾਣਗੇ। ਇਹ ਕਹਿੰਦੇ ਹੀ ਉਹ ਲੇਟਦੇ ਤੇ ਸੌਂ ਗਏ। ਪਰ ਮੁਕੇਸ਼ ਭਰਾ ਠੀਕ ਹੋਣ ਦੀ ਬਜਾਏ ਆਪਣੇ ਗਮ ਆਪਣੇ ਅੰਦਰ ਹੀ ਲੁਕੋ ਕੇ ਇਸ ਦੁਨੀਆ ਤੋਂ ਚਲੇ ਗਏ। ਅਤੇ ਹੁਣ ਮੇਰੀ ਜਠਾਣੀ ਨੇ ਇੱਕ ਨਵਾਂ ਤਮਾਸ਼ਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਹੀ ਦੀਪਕ ਆਫਿਸ ਤੋਂ ਘਰ ਆਉਂਦੇ ਤਾਂ ਉਹ ਕਮਰੇ ਤੋਂ ਨਿਕਲ ਕੇ ਉਸ ਦੇ ਗਲੇ ਲੱਗ ਕੇ ਰੋਣ ਲੱਗਦੀ ਤੇ ਚੱਕਰ ਖਾ ਕੇ ਫਿਰ ਬੇਹੋਸ਼ ਹੋ ਜਾਂਦੀ। ਦੀਪਕ ਉਸ ਨੂੰ ਆਪਣੀ ਗੋਦ ਵਿੱਚ ਉਠਾ ਕੇ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਕੇ ਜਾਂਦਾ। ਜਦੋਂ ਵਾਪਸ ਆਉਂਦੇ ਤਾਂ ਜਠਾਣੀ ਬਹੁਤ ਜ਼ਿਆਦਾ ਖੁਸ਼ ਨਜ਼ਰ ਆਉਂਦੀ। ਇੱਕ ਦਿਨ ਤਾਂ ਮੈਂ ਹੈਰਾਨੀ ਵਿੱਚ ਪੈ ਗਈ। ਉਹ ਰੰਗਦਾਰ ਸੂਟ ਪਾ ਕੇ ਪੂਰਾ ਫੁੱਲ ਮੇਕਅਪ ਕਰਕੇ ਕਮਰੇ ਤੋਂ ਬਾਹਰ ਨਿਕਲੀ। ਫਿਰ ਰੋਣ ਲੱਗੀ। ਸ਼ਕਲ ਬਣਾ ਕੇ ਦੀਪਕ ਨੂੰ ਕਹਿਣ ਲੱਗੀ, ਮੁਕੇਸ਼ ਨੂੰ ਮੈਂ ਇਸ ਤਰ੍ਹਾਂ ਤਿਆਰ ਹੋ ਕੇ ਕਈ ਵਾਰ ਦਿਖਾਇਆ ਸੀ। ਕਹਿੰਦੇ ਸੀ ਤੂੰ ਹਮੇਸ਼ਾ ਸਜੀ ਸਵਰੀ ਰਿਹਾ ਕਰ, ਪਰ ਉਹ ਨਹੀਂ ਰਹੇ। ਲੋਕ ਮੈਨੂੰ ਕਿੱਥੇ ਇਸ ਤਰ੍ਹਾਂ ਬਣਿਆ ਦੇਖ ਕੇ ਜੀਣ ਦੇਣਗੇ ਜਿਵੇਂ ਮੁਕੇਸ਼ ਚਾਹੁੰਦੇ ਸੀ। ਦੀਪਕ ਉਸ ਦੀ ਗੱਲ ਸੁਣ ਕੇ ਕਹਿਣ ਲੱਗੇ, ਭਾਬੀ ਤੂੰ ਰੋਜ਼ ਇਸ ਤਰ੍ਹਾਂ ਹੀ ਤਿਆਰ ਰਿਹਾ ਕਰ। ਤੁਹਾਨੂੰ ਕਿਸ ਨੇ ਮਨਾ ਕੀਤਾ? ਜਿਵੇਂ ਭਰਾ ਨੂੰ ਚੰਗਾ ਲੱਗਦਾ ਸੀ ਤੁਸੀਂ ਉਵੇਂ ਹੀ ਬਣ ਕੇ ਰਿਹਾ ਕਰੋ। ਲੋਕਾਂ ਦਾ ਕੀ ਆ? ਹੁਣ ਤਾਂ ਰੋਜ਼ ਉਹ ਤਿਆਰ ਹੋਣ ਲੱਗੀ। ਘੰਟਾ ਦੀਪਕ ਨਾਲ ਗੱਲਾਂ ਕਰਦੀ ਰਹਿੰਦੀ। ਮੇਰੇ ਤੋਂ ਇਹ ਸਭ ਕੁਝ ਦੇਖਿਆ ਨਹੀਂ ਜਾ ਰਿਹਾ ਸੀ। ਹਰ 2-3 ਦਿਨਾਂ ਬਾਅਦ ਉਹ ਬੇਹੋਸ਼ੀ ਦਾ ਡਰਾਮਾ ਕਰਦੀ। ਹੁਣ ਤਾਂ ਜਦੋਂ ਉਸਦੀ ਦੀਪਕ ਦੇ ਨਾਲ ਵਾਪਸ ਆਉਂਦੀ ਤਾਂ ਹੱਥ ਵਿੱਚ ਸ਼ਾਪਿੰਗ ਬੈਗ ਵੀ ਹੁੰਦਾ ਅਤੇ ਦੀਪਕ ਮੈਨੂੰ ਕਹਿੰਦੇ ਕਿ ਭਾਬੀ ਦਾ ਦਿਲ ਬਹਿਲਾਉਣ ਲਈ ਮੈਂ ਉਸ ਨੂੰ ਸ਼ਾਪਿੰਗ ਕਰਵਾ ਦਿੱਤੀ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਮੁਕੇਸ਼ ਭਰਾ ਨਹੀਂ ਹਨ। ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ। ਇੱਕ ਦਿਨ ਤਾਂ ਮੇਰੀਆਂ ਨਜ਼ਰਾਂ ਨੇ ਜੋ ਦੇਖਿਆ ਉਹ ਹੋਸ਼ ਉਡਾਉਣ ਦੇ ਲਈ ਕਾਫੀ ਸੀ। ਰਾਤ ਨੂੰ ਮੈਂ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਬੈਠੀ ਤਾਂ ਦੇਖਿਆ ਮੇਰੇ ਨਾਲ ਬੈੱਡ ਵਾਲੀ ਖਾਲੀ ਸੀ। ਦੀਪਕ ਗਾਇਬ ਸੀ। ਜਦੋਂ ਮੈਂ ਦੁੱਧ ਬਣਾਉਣ ਦੇ ਲਈ ਕਮਰੇ ਤੋਂ ਬਾਹਰ ਨਿਕਲੀ ਤਾਂ ਮੈਂ ਆਪਣੀ ਜਠਾਣੀ ਦੇ ਹੱਸਣ ਦੀ ਆਵਾਜ਼ ਆ ਰਹੀ ਸੀ। ਮੈਂ ਹੌਲੀ ਉਸ ਦੇ ਕਮਰੇ ਤੱਕ ਪਹੁੰਚ ਗਈ। ਦਰਵਾਜ਼ਾ ਬੰਦ ਸੀ ਪਰ ਖਿੜਕੀ ਥੋੜੀ ਖੁੱਲੀ ਸੀ। ਜੋ ਕੁਝ ਮੇਰੀਆਂ ਅੱਖਾਂ ਨੇ ਦੇਖਿਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਰਸੋਈ ਵਿੱਚ ਦੁੱਧ ਗਰਮ ਕਰਕੇ ਵਾਪਸ ਆਪਣੇ ਕਮਰੇ ਵਿੱਚ ਆ ਕੇ ਰੋਣ ਲੱਗੀ। ਮੈਂ ਬੱਚਿਆਂ ਨੂੰ ਦੁੱਧ ਦਿੱਤਾ ਤੇ ਸੁਲਾ ਦਿੱਤਾ।
ਕੁਝ ਦੇਰ ਬਾਅਦ ਦੀਪਕ ਮੁਸਕਰਾਉਂਦੇ ਹੋਏ ਕਮਰੇ ਵਿੱਚ ਆਏ। ਮੈਨੂੰ ਦੇਖ ਕੇ ਕਹਿਣ ਲੱਗੇ ਕਿ ਤੂੰ ਹਾਲੇ ਤੱਕ ਜਾਗ ਰਹੀ ਆਂ, ਸੁੱਤੀ ਨਹੀਂ ਹਾਲੇ। ਮੈਂ ਕਿਹਾ ਤੁਸੀਂ ਕਿੱਥੇ ਸੀ? ਤਾਂ ਕਹਿਣ ਲੱਗੇ ਭਾਬੀ ਭਰਾ ਨੂੰ ਬਹੁਤ ਯਾਦ ਕਰ ਰਹੀ ਸੀ, ਭਰਾ ਦੇ ਬਿਨਾਂ ਬਹੁਤ ਉਦਾਸ ਹੋ ਗਈ ਸੀ। ਮੈਂ ਪਾਣੀ ਪੀਣ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਮੈਨੂੰ ਉਸ ਦੇ ਕਮਰੇ ਵਿੱਚ ਰੋਣ ਦੀਆਂ ਆਵਾਜ਼ਾਂ ਆਈਆਂ। ਇਸ ਲਈ ਮੈਂ ਉਸ ਨੂੰ ਤਸੱਲੀ ਦੇਣ ਲਈ ਉਸ ਦੇ ਕਮਰੇ 'ਚ ਚਲਾ ਗਿਆ ਸੀ। ਮੈਂ ਥੋੜ੍ਹੀ ਜਿਹੀ ਮੁਸਕਰਾਈ ਤੇ ਕਿਹਾ, ਇੱਥੇ ਭਰਜਾਈ ਨੂੰ ਸੀਨੇ ਨਾਲ ਲਾ ਕੇ ਤਸੱਲੀ ਦੇਣ ਦਾ ਰਿਵਾਜ ਆ। ਮੇਰੀ ਗੱਲ ਸੁਣ ਕੇ ਉਹ ਮੈਨੂੰ ਘੂਰਨ ਲੱਗੇ ਤੇ ਕਹਿਣ ਲੱਗੇ ਤੂੰ ਲੁਕ ਲੁਕ ਕੇ ਮੈਨੂੰ ਦੇਖਦੀ ਆ, ਤੂੰ ਕੀ ਸਮਝਦੀ ਆ? ਉਹ ਮੇਰੀ ਭਾਬੀ ਆ, ਉਹ ਮੇਰੇ ਭਰਾ ਦੀ ਪਤਨੀ ਆ। ਜੇ ਤੂੰ ਮੇਰੇ ਨਾਲ ਉੱਤੇ ਇਸ ਤਰ੍ਹਾਂ ਹੀ ਸ਼ੱਕ ਕਰੇਂਗੀ ਤਾਂ ਜ਼ਰੂਰ ਮੈਂ ਉਸ ਨਾਲ ਇੱਕ ਦਿਨ ਵਿਆਹ ਕਰਵਾ ਲਵਾਂਗਾ। ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ। ਮੇਰੇ ਤਾਂ ਪੇਕੇ ਵੀ ਗਰੀਬ ਸੀ, ਹਾਲੇ ਮੇਰੀਆਂ ਛੋਟੀਆਂ ਭੈਣਾਂ ਦੇ ਵਿਆਹ ਵੀ ਨਹੀਂ ਹੋਏ ਸੀ। ਮੈਂ ਆਪਣੇ 2 ਬੱਚਿਆਂ ਨਾਲ ਪੇਕੇ ਜਾ ਕੇ ਬੈਠ ਨਹੀਂ ਸਕਦੀ ਸੀ। ਮੈਂ ਇੱਕਦਮ ਚੁੱਪੀ ਸਾਧ ਲਈ। ਮੇਰੀ ਜਠਾਣੀ ਤਾਂ ਹੁਣ ਬਹੁਤ ਹੀ ਜ਼ਿਆਦਾ ਬੇਸ਼ਰਮ ਹੋ ਗਈ ਸੀ। ਹੁਣ ਤਾਂ ਉਹ ਦੀਪਕ ਦੇ ਨਾਲ ਬਾਹਰ ਖਾਣਾ ਖਾਣ ਵੀ ਜਾਂਦੀ। ਉਹ ਮੇਰੇ ਉੱਤੇ ਹੁਕਮ ਚਲਾਉਣ ਲੱਗੀ। ਮੈਂ ਵੀ ਕਦੋਂ ਤੱਕ ਚੁੱਪ ਰਹਿੰਦੀ। ਮੈਂ ਵੀ ਇੱਕ ਦਿਨ ਉਸ ਉੱਤੇ ਚਲਾਉਣ ਲੱਗੀ। ਮੈਂ ਕਿਹਾ ਕਿ ਤੁਹਾਡੇ ਅੰਦਰ ਕੋਈ ਸ਼ਰਾਫਤ ਨਾਮ ਦੀ ਚੀਜ਼ ਹੈਗੀ ਵੀ ਆ ਕਿ ਨਹੀਂ? ਦੀਪਕ ਦੇ ਨਾਲ ਇਸ ਤਰ੍ਹਾਂ ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਮੇਰਾ ਪਤੀ ਆ, ਤੂੰ ਹਰ ਰੋਜ਼ ਉਸ ਨੂੰ ਰੋ ਧੋ ਕੇ ਆਪਣੇ ਕਮਰੇ 'ਚ ਬੁਲਾ ਲੈਂਦੀ ਆ। ਮੈਂ ਖਿੜਕੀ ਰਾਹੀਂ ਦੇਖਿਆ, ਉਹ ਦੀਪਕ ਦੇ ਸੀਨੇ ਨਾਲ ਲੱਗ ਕੇ ਹੱਸ-ਹੱਸ ਕੇ ਕਹਿ ਰਹੀ ਸੀ ਕਿ ਤੂੰ ਮੈਨੂੰ ਬਿਲਕੁਲ ਮੁਕੇਸ਼ ਦੀ ਤਰ੍ਹਾਂ ਲੱਗਦਾ। ਜਦੋਂ ਮੇਰੇ ਕੋਲ ਆਉਂਦਾ ਤਾਂ ਮੈਨੂੰ ਲੱਗਦਾ ਮੁਕੇਸ਼ ਮੇਰੇ ਕੋਲ ਆ। ਪਲੀਜ਼ ਦੀਪਕ ਮੇਰੇ ਕੋਲੋਂ ਨਾ ਜਾ। ਦੀਪਕ ਵੀ ਉਸ ਦੇ ਸਿਰ ਤੇ ਹੱਥ ਫੇਰ ਕੇ ਕਹਿ ਰਿਹਾ ਸੀ ਕਿ ਤੁਸੀਂ ਹਰ ਵਕਤ ਭਰਾ ਨੂੰ ਕਿਉਂ ਯਾਦ ਕਰਦੇ ਰਹਿੰਦੇ ਹੋ? ਇਸ ਤਰ੍ਹਾਂ ਤਾਂ ਬਿਮਾਰ ਹੋ ਜਾਵੋਗੇ। ਮੈਂ ਇੱਕ ਔਰਤ ਹੋਣ ਦੇ ਨਾਤੇ ਕਿਵੇਂ ਸਭ ਬਰਦਾਸ਼ਤ ਕਰ ਸਕਦੀ ਸੀ? ਦੀਪਕ ਵੀ ਮੇਰੀ ਕੋਈ ਗੱਲ ਸੁਣਦਾ ਨਹੀਂ ਸੀ। ਜਦੋਂ ਮੈਂ ਇਹ ਆਪਣੀ ਜਠਾਣੀ ਨੂੰ ਦੱਸਿਆ ਤਾਂ ਉਹ ਉੱਚੀ ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ ਪਹਿਲਾਂ ਸ਼ੀਸ਼ੇ ਵਿੱਚ ਜਾ ਕੇ ਆਪਣੀ ਸ਼ਕਲ ਦੇਖ ਤੇ ਫਿਰ ਦੀਪਕ ਨੂੰ ਦੇਖ, ਉਸ ਦੇ ਨਾਲ ਕਿੱਥੇ ਜੱਚਦੀ ਆ ਤੂੰ? ਉਸ ਦੀ ਪਤਨੀ ਘੱਟ ਨੌਕਰਾਣੀ ਜ਼ਿਆਦਾ ਲੱਗਦੀ ਆ। ਮੈਨੂੰ ਇਹ ਗੱਲ ਸੁਣ ਕੇ ਅਫਸੋਸ ਹੋਇਆ। ਮੈਂ ਉਸ ਨੂੰ ਕਿਹਾ ਕਿ ਜੇ ਮੈਂ ਤੈਨੂੰ ਪਸੰਦ ਨਹੀਂ ਤਾਂ ਤੂੰ ਮੈਨੂੰ ਆਪਣੇ ਦਿਓਰ ਲਈ ਦੇਖਣੀ ਕਿਉਂ ਗਈ ਸੀ? ਮੈਨੂੰ ਹੀ ਪਸੰਦ ਕਿਉਂ ਕੀਤਾ ਸੀ? ਉਹ ਮੇਰੀ ਇਸ ਗੱਲ ਤੇ ਵੀ ਹੱਸਣ ਲੱਗੀ, ਕਹਿਣ ਲੱਗੀ ਕਿ ਮੈਂ ਜਾਣ-ਬੁੱਝ ਕੇ ਤੈਨੂੰ ਦੀਪਕ ਦੇ ਲਈ ਪਸੰਦ ਕੀਤਾ ਸੀ। ਮੈਂ ਜਾਣਦੀ ਸੀ ਤੇਰੇ ਅਤੇ ਦੀਪਕ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਉਹ ਤੈਨੂੰ ਪਸੰਦ ਨਹੀਂ ਕਰੇਗਾ। ਅਸਲ ਵਿੱਚ ਮੈਨੂੰ ਦੀਪਕ ਦੇ ਲਈ ਤੇਰੇ ਵਰਗੀ ਆਮ ਸ਼ਕਲ ਸੂਰਤ ਦੀ ਲੜਕੀ ਚਾਹੀਦੀ ਸੀ ਤਾਂ ਕਿ ਉਹ ਤੇਰੀ ਬਜਾਏ ਮੈਨੂੰ ਦੇਖਣ ਲਈ ਮਜਬੂਰ ਹੋ ਜਾਵੇ, ਕਿਉਂਕਿ ਮੇਰੇ ਨਾਲ ਬਹੁਤ ਮਾੜਾ ਹੋਇਆ। ਮੈਂ ਬੇਮਿਸਾਲ ਹੁਸਨ ਦੀ ਮਾਲਕ ਸੀ, ਲੇਕਿਨ ਮੇਰੇ ਘਰ ਵਾਲਿਆਂ ਨੇ ਮੁਕੇਸ਼ ਦੀ ਸਿਰਫ ਸ਼ਰਾਫਤ ਦੇਖ ਕੇ ਮਾਮੂਲੀ ਸ਼ਕਲ ਸੂਰਤ ਵਾਲੇ ਆਦਮੀ ਨਾਲ ਮੇਰਾ ਵਿਆਹ ਕਰਵਾ ਦਿੱਤਾ। ਜਦੋਂ ਮੈਂ ਵਿਦਾ ਹੋ ਕੇ ਇਸ ਘਰ ਵਿੱਚ ਆਈ ਤਾਂ ਪਹਿਲੀ ਵਾਰ ਮੈਂ ਦੀਪਕ ਨੂੰ ਦੇਖਿਆ ਸੀ। ਉਹ ਆਪਣੇ ਭਰਾ ਨਾਲੋਂ ਬਿਲਕੁਲ ਅਲੱਗ ਸੀ। ਮੈਂ ਪਹਿਲੀ ਨਜ਼ਰ 'ਚ ਹੀ ਦੀਪਕ ਉੱਤੇ ਦਿਲ ਹਾਰ ਬੈਠੀ, ਕਿਉਂਕਿ ਉਹ ਮੇਰੇ ਹਾਣ ਪ੍ਰਵਾਨ ਦਾ ਸੀ ਤੇ ਮੇਰਾ ਪਤੀ ਮੇਰੇ ਨਾਲੋਂ 10 ਸਾਲ ਵੱਡਾ। ਮੈਂ ਮੁਕੇਸ਼ ਦੇ ਕਮਰੇ ਵਿੱਚ ਦੁਲਹਨ ਬਣੀ ਬੈਠੀ, ਪਰ ਮੇਰੇ ਜ਼ਿਹਨ ਵਿੱਚ ਬਸ ਸਿਰਫ ਇੱਕ ਹੀ ਆਦਮੀ ਸੀ, ਉਹ ਸੀ ਦੀਪਕ। ਮੁਕੇਸ਼ ਮੇਰੀ ਬਹੁਤ ਤਾਰੀਫ ਕਰਦੇ ਸੀ, ਪਰ ਮੈਨੂੰ ਉਹਨਾਂ ਦੀ ਜ਼ੁਬਾਨ ਵਿੱਚੋਂ ਆਪਣੀ ਤਾਰੀਫ ਚੰਗੀ ਨਹੀਂ ਲੱਗਦੀ ਸੀ। ਮੈਂ ਤਾਂ ਰੋਜ਼ ਦੀਪਕ ਦੇ ਲਈ ਸਜਦੀ ਸਵਰਦੀ ਹਾਂ। ਉਹ ਤਾਂ ਮੈਨੂੰ ਭਾਬੀ ਸਮਝਦਾ, ਇੱਜ਼ਤ ਵੀ ਕਰਦਾ। ਮੈਨੂੰ ਦੀਪਕ ਤੋਂ ਇੱਕ ਹੀ ਤਕਲੀਫ ਹੁੰਦੀ ਆ ਕਿ ਉਹ ਮੇਰੇ ਤੋਂ ਦੂਰ ਦੂਰ ਰਹਿੰਦਾ, ਸ਼ਾਇਦ ਇਸ ਲਈ ਕਿ ਮੈਂ ਉਸਦੇ ਭਰਾ ਦੀ ਪਤਨੀ ਸੀ। ਪਰ ਦੀਪਕ ਦੀ ਇਹ ਆਦਤ ਨੇ ਮੇਰਾ ਦਿਲ ਜਲਾ ਕੇ ਰੱਖ ਦਿੱਤਾ। ਮੇਰੀ ਸੱਸ ਬਿਮਾਰ ਰਹਿੰਦੀ ਸੀ, ਉਸ ਨੂੰ ਮੇਰੀ ਜ਼ਰੂਰਤ ਸੀ, ਪਰ ਮੈਨੂੰ ਨਾ ਪਤੀ ਦੀ ਪਰਵਾਹ ਸੀ ਨਾ ਬਿਮਾਰ ਸੱਸ ਦੀ। ਮੁਕੇਸ਼ ਨੂੰ ਬੱਚੇ ਬੜੇ ਚੰਗੇ ਲੱਗਦੇ ਸੀ, ਪਰ ਮੈਨੂੰ ਆਪਣੀ ਫਿਟਨੈਸ ਪਿਆਰੀ ਸੀ। ਮੈਂ ਕੋਈ ਬਾਂਝ ਨਹੀਂ, ਨਾ ਹੀ ਮੁਕੇਸ਼ ਵਿੱਚ ਕੋਈ ਅਜਿਹੀ ਕਮੀ ਸੀ। ਮੈਂ ਖੁਦ ਹੀ ਬੱਚਿਆਂ ਦਾ ਝੰਜਟ ਨਹੀਂ ਪਾਉਣਾ ਚਾਹੁੰਦੀ ਸੀ। ਮੈਨੂੰ ਤਾਂ ਬਸ ਦੀਪਕ ਚਾਹੀਦਾ ਸੀ। ਮੈਂ ਦੀਪਕ ਦੇ ਕਰੀਬ ਹੋਣ ਦੇ ਬਹਾਨੇ ਲੱਭਦੀ। ਆਪਣੀ ਸੱਸ ਦੇ ਮਰਨ ਤੋਂ ਬਾਅਦ ਮੈਂ ਦੀਪਕ ਨਾਲ ਗੱਲਾਂ ਕਰਨ ਲੱਗੀ, ਉਸ ਦੇ ਨਾਲ ਵਕਤ ਗੁਜ਼ਾਰਨ ਲੱਗੀ। ਮੁਕੇਸ਼ ਨੂੰ ਇਹੀ ਲੱਗਦਾ ਸੀ ਕਿ ਮੈਂ ਦੀਪਕ ਦਾ ਖਿਆਲ ਰੱਖ ਰਹੀ ਹਾਂ ਤਾਂ ਕਿ ਉਸ ਨੂੰ ਆਪਣੀ ਮਾਂ ਦੀ ਕਮੀ ਮਹਿਸੂਸ ਨਾ ਹੋਵੇ। ਫਿਰ ਮੈਨੂੰ ਮੁਕੇਸ਼ ਨੇ ਕਿਹਾ ਕਿ ਆਪਾਂ ਦੀਪਕ ਦਾ ਵਿਆਹ ਕਰ ਦੇਈਏ। ਮੈਨੂੰ ਇਹ ਸੁਣ ਕੇ ਬੜਾ ਗੁੱਸਾ ਆਇਆ। ਮੈਂ ਇਸ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਪਰ ਮੈਨੂੰ ਆਪਣੇ ਪਤੀ ਦੀ ਜਿੱਦ ਅੱਗੇ ਗੋਡੇ ਟੇਕਣੇ ਪਏ। ਮੈਂ ਸੋਚਿਆ ਕਿ ਮੈਂ ਵਿਆਹ ਤਾਂ ਕਰ ਦੇਵਾਂਗੀ, ਪਰ ਮੈਂ ਆਪਣੇ ਨਾਲੋਂ ਘੱਟ ਖੂਬਸੂਰਤ ਲੜਕੀ ਇਸ ਲਈ ਲੈ ਕੇ ਆਵਾਂਗੀ ਤਾਂ ਕਿ ਇਹ ਉਸ ਵੱਲ ਦੇਖੇ ਹੀ ਨਾ। ਮੈਂ ਉਸੇ ਤਰ੍ਹਾਂ ਹੀ ਕੀਤਾ ਤੇ ਤੇਰਾ ਵਿਆਹ ਦੀਪਕ ਨਾਲ ਕਰਵਾ ਦਿੱਤਾ। ਇੱਕ ਦਿਨ ਦੀਪਕ ਨੇ ਮੈਨੂੰ ਕਿਹਾ, ਤੂੰ ਮੇਰੇ ਲਈ ਵੀ ਲੜਕੀ ਆਪਣੇ ਵਰਗੀ ਲੈ ਆਉਂਦੀ, ਇਸ ਨੂੰ ਤਾਂ ਕਿਸੇ ਚੀਜ਼ ਦੀ ਕੋਈ ਅਕਲ ਹੀ ਨਹੀਂ ਆ। ਮੈਂ ਖੁਸ਼ੀ ਨਾਲ ਝੂਮ ਉੱਠੀ, ਪਰ ਇੱਕ ਦਿਨ ਮੇਰੇ ਪਤੀ ਨੂੰ ਇਹ ਸਭ ਪਤਾ ਲੱਗ ਗਿਆ ਕਿ ਮੈਂ ਕੀ ਕਰ ਰਹੀ ਹਾਂ।
ਮੈਂ ਉਸ ਨੂੰ ਰਾਤ ਨੂੰ ਦੁੱਧ ਦੇ ਗਲਾਸ ਵਿੱਚ ਨੀਂਦ ਦੀਆਂ ਜ਼ਿਆਦਾ ਗੋਲੀਆਂ ਪਾ ਕੇ ਦੇ ਦਿੱਤੀਆਂ ਤਾਂ ਕਿ ਉਹ ਮੇਰੇ ਰਸਤੇ 'ਚੋਂ ਹਟ ਜਾਵੇ ਤੇ ਮੇਰਾ ਰਸਤਾ ਸਾਫ਼ ਹੋ ਜਾਵੇ। ਜੇ ਮੈਨੂੰ ਡਰ ਸੀ ਤਾਂ ਸਿਰਫ ਆਪਣੇ ਪਤੀ ਤੋਂ ਹੀ ਸੀ। ਫਿਰ ਜਿਵੇਂ ਮੈਂ ਚਾਹੁੰਦੀ ਸੀ ਉਵੇਂ ਹੀ ਹੋਇਆ। ਉਹ ਉਸੇ ਰਾਤ ਹੀ ਪੂਰਾ ਹੋ ਗਿਆ। ਹੁਣ ਮੈਨੂੰ ਕਿਸੇ ਦੀ ਕੋਈ ਰੋਕ ਟੋਕ ਨਹੀਂ। ਹੁਣ ਮੈਂ ਦੀਪਕ ਨੂੰ ਆਪਣੇ ਪਿਆਰ ਵਿੱਚ ਫਸਾ ਕੇ ਰਹਾਂਗੀ। ਤੈਨੂੰ ਇਸ ਘਰ ਵਿੱਚੋਂ ਕਢਾ ਕੇ ਰਹਾਂਗੀ। ਮੇਰੀਆਂ ਤਾਂ ਇਹ ਗੱਲਾਂ ਸੁਣ ਕੇ ਹੋਸ਼ ਉੱਡਦੇ ਜਾ ਰਹੇ ਸੀ। ਮੈਂ ਆਪਣੇ ਮੂੰਹੋਂ ਕੁਝ ਬੋਲਦੀ ਐਨੇ ਨੂੰ ਮੇਰੇ ਪਤੀ ਨੇ ਆਉਣ ਸਾਰ ਮੇਰੀ ਜਠਾਣੀ ਦੇ ਮੂੰਹ ਤੇ ਥੱਪੜ ਜੜ ਦਿੱਤਾ ਤੇ ਕਿਹਾ ਕਿ ਭਾਬੀ, ਮੈਂ ਤਾਂ ਤੈਨੂੰ ਆਪਣੀ ਮਾਂ ਸਮਝਦਾ ਸੀ ਤੇ ਤੂੰ ਇੰਨੀ ਘਟੀਆ ਸੋਚ ਦੀ ਮਾਲਕ ਨਿਕਲੀ। ਮੇਰੇ ਬਾਪ ਵਰਗੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣੇ ਦੇ ਹੁਣੇ ਦਫਾ ਹੋ ਜਾ ਇੱਥੋਂ। ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗਾ। ਜਿਸ ਗੁੱਸੇ ਨਾਲ ਉਹ ਬੋਲ ਰਹੇ ਸੀ ਲੱਗਦਾ ਸੀ ਭਾਬੀ ਦੀਆਂ ਸਾਰੀਆਂ ਗੱਲਾਂ ਸੁਣ ਚੁੱਕੇ ਨੇ। ਮੈਂ ਦਿਲ ਤੋਂ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿਉਂਕਿ ਮੇਰੀਆਂ ਸਾਰੀਆਂ ਗੱਲਾਂ ਤੇ ਤਾਂ ਸ਼ਾਇਦ ਦੀਪਕ ਕਦੇ ਭਰੋਸਾ ਨਾ ਕਰਦੇ। ਦੀਪਕ ਨੇ ਮੇਰੀ ਜਠਾਣੀ ਨੂੰ ਕਿਹਾ ਕਿ ਮੈਂ ਤਾਂ ਤੇਰੇ ਪਿੱਛੇ ਆਪਣੀ ਪਤਨੀ ਨਾਲ ਲੜ ਪੈਂਦਾ ਸੀ। ਮੈਂ ਤਾਂ ਆਪਣੀ ਪਤਨੀ ਨੂੰ ਇਹ ਕਹਿ ਰੱਖਿਆ ਸੀ ਕਿ ਤੂੰ ਕਦੇ ਉਸ ਦੇ ਸਾਹਮਣੇ ਉੱਚਾ ਨਾ ਬੋਲੀ, ਪਰ ਤੂੰ ਉਸ ਦੀ ਸ਼ਰਾਫਤ ਦਾ ਇਹ ਸਿਲਾ ਦਿੱਤਾ। ਮੇਰੀ ਜਠਾਣੀ ਦੀ ਸੱਚਾਈ ਦੀਪਕ ਦੇ ਸਾਹਮਣੇ ਖੁੱਲ੍ਹ ਚੁੱਕੀ ਸੀ, ਇਸ ਲਈ ਉਹ ਚੁੱਪਚਾਪ ਘਰੋਂ ਨਿਕਲ ਗਈ। ਦੀਪਕ ਮੇਰੇ ਸਾਹਮਣੇ ਨਜ਼ਰਾਂ ਝੁਕਾ ਕੇ ਕਹਿਣ ਲੱਗਿਆ, ਮੈਨੂੰ ਮਾਫ਼ ਕਰ ਦੇ, ਮੈਂ ਤੇਰੇ ਨਾਲ ਚੰਗਾ ਨਹੀਂ ਕੀਤਾ। ਹਾਂ, ਵਿਆਹ ਦੇ ਸ਼ੁਰੂ ਵਿੱਚ ਤੂੰ ਮੈਨੂੰ ਪਸੰਦ ਨਹੀਂ ਸੀ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਮੈਂ ਤੈਨੂੰ ਪਸੰਦ ਕਰਨ ਲੱਗਿਆ। ਰਿਸ਼ਤਿਆਂ ਦੀ ਖੁਸ਼ੀ ਇਸ ਵਿੱਚ ਹੀ ਹੁੰਦੀ ਆ ਕਿ ਜੋ ਵੀ ਰਿਸ਼ਤਾ ਉਸ ਪਰਮਾਤਮਾ ਨੇ ਇੱਕ ਦੂਜੇ ਦੇ ਨਾਲ ਬਣਾਇਆ ਉਸ ਨੂੰ ਉਸੇ ਨਜ਼ਰ ਨਾਲ ਦੇਖਿਆ ਜਾਵੇ ਤਾਂ ਹੀ ਚੰਗਾ ਹੁੰਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।